ਅੱਜ ਤੁਹਾਨੂੰ ਦੱਸਾਂਗੇ ਇਜ਼ਰਾਈਲ ਅਤੇ ਫਿਲਿਸਤੀਨ ਦੀ ਜੰਗ ਬਾਰੇ। ਸ਼ੁਰੂ ਤੋਂ ਲੈ ਕੇ ਹੁਣ ਤੱਕ ਕੀ ਹੋਇਆ ਤੇ ਉਹਦੇ ਬਾਰੇ ਕੀ ਅਪਡੇਟਸ ਨੇ। ਇਜ਼ਰਾਈਲ ਅਤੇ ਫਿਲਿਸਤੀਨ ਵਿਚਾਲੇ ਸੰਘਰਸ਼ ਸ਼ੁਰੂ ਹੋਏ ਨੂੰ 15 ਦਿਨ ਪੂਰੇ ਹੋ ਚੁੱਕੇ ਨੇ। ਦੋਵਾਂ ਦੇਸ਼ਾਂ ਵਿਚਾਲੇ ਯੁੱਧ ਲਗਾਤਾਰ 16ਵੇਂ ਦਿਨ 'ਚ ਸ਼ਾਮਿਲ ਹੋ ਗਿਆ ਹੈ। ਦੋਵਾਂ ਪਾਸੇ ਤੋਂ ਹੋ ਰਹੇ ਹਮਲਿਆਂ ਵਿੱਚ ਹੁਣ ਤੱਕ 5537 ਲੋਕ ਆਪਣੀ ਜਾਨ ਗਵਾ ਚੁੱਕੇ ਨੇ। ਪਰ ਜੇ ਦੋਵਾਂ ਦੀ ਵੱਖ-ਵੱਖ ਗੱਲ ਕਰੀਏ ਤਾਂ ਇਜ਼ਰਾਈਲ ਵਿੱਚ ਹਮਾਸ ਤੇ ਹਮਲੇ 'ਚ ਮਰਨ ਵਾਲਿਆਂ ਦੀ ਗਿਣਤੀ 1400 ਤੋਂ ਵੱਧ ਹੈ, ਪਰ ਦੂਜੇ ਪਾਸੇ ਗਾਜ਼ਾ ਪੱਟੀ ਵਿੱਚ ਬੰਬ ਧਮਾਕੇ ਵਿੱਚ 4137 ਲੋਕਾਂ ਤੋਂ ਵੱਧ ਦੀ ਮੌਤ ਹੋ ਗਈ ਹੈ। ਤੁਹਾਨੂੰ ਦੱਸ ਦਈਏ ਕਿ ਸੰਗਠਨ ਹਮਾਸ ਨੇ 7 ਅਕਤੂਬਰ ਦੀ ਸਵੇਰ ਨੂੰ ਇਜ਼ਰਾਈਲ ਤੇ ਅਚਾਨਕ ਹਮਲਾ ਕਰ ਦਿੱਤਾ ਸੀ, ਜਿਸ ਮਗਰੋਂ ਹੁਣ ਤੱਕ ਦੋਵਾਂ ਵਿਚਾਲੇ ਟਕਰਾਅ ਜਾਰੀ ਹੈ। ਇਜ਼ਰਾਈਲ ਅਤੇ ਹਮਾਸ ਵਿਚਾਲੇ ਚੱਲ ਰਹੀ ਜੰਗ ਨੂੰ ਖਤਮ ਕਰਨ ਲਈ ਮਿਸਰ ਦੀ ਰਾਜਧਾਨੀ ਕਾਹਿਰਾ 'ਚ ਬੈਠਕ ਕੀਤੀ ਗਈ, ਪਰ ਬੈਠਕ ਦਾ ਨਤੀਜਾ ਬੇਸਿੱਟਾ ਰਿਹਾ। ਕਾਹਿਰਾ ਸੰਮੇਲਨ ਵਿੱਚ ਜਾਰਡਨ, ਫਰਾਂਸ, ਜਰਮਨੀ, ਰੂਸ, ਚੀਨ, ਬ੍ਰਿਟੇਨ, ਅਮਰੀਕਾ, ਕਤਰ ਅਤੇ ਦੱਖਣੀ ਅਫਰੀਕਾ ਦੇ ਪ੍ਰਤੀਨਿਧੀਆਂ ਨੇ ਹਿੱਸਾ ਲਿਆ। ਬੈਠਕ ਵਿੱਚ ਇਜ਼ਰਾਈਲ ਵੱਲੋਂ ਹਮਾਸ ਤੇ ਕੀਤੇ ਹਮਲਿਆਂ ਨੂੰ ਲੈ ਕੇ ਮਿਸਰ ਅਤੇ ਜਾਰਡਨ ਨੇ ਇਜ਼ਰਾਈਲ ਦੀ ਸਖਤ ਆਲੋਚਨਾ ਕੀਤੀ ਤੇ ਗਾਜ਼ਾ ਵਿੱਚ ਪਿਛਲੇ 2 ਹਫ਼ਤਿਆਂ ਤੋਂ ਕੀਤੀ ਜਾ ਰਹੀ ਬੰਬਮਾਰੀ ਨੂੰ ਲੈ ਕੇ ਉਸ ਦੀਆਂ ਕਾਰਵਾਈਆਂ ਤੇ ਨਾਰਾਜ਼ਗੀ ਜ਼ਾਹਿਰ ਕੀਤੀ। ਇਸ ਦੌਰਾਨ ਯੂਰਪੀ ਦੇਸ਼ ਦੇ ਨੇਤਾਵਾਂ ਨੇ ਕਿਹਾ ਕਿ ਨਾਗਰਿਕਾਂ ਨੂੰ ਬਚਾਉਣ ਤੇ ਜ਼ਿਆਦਾ ਜ਼ੋਰ ਦਿੱਤਾ ਜਾਣਾ ਚਾਹੀਦਾ। ਜਾਰਡਨ ਦੇ ਰਾਜਾ ਅਬਦੁੱਲਾ ਨੇ ਇਜ਼ਰਾਈਲ ਵੱਲੋਂ ਗਾਜ਼ਾ ਦੀ ਘੇਰਾਬੰਦੀ ਤੇ ਬੰਬਮਾਰੀ ਨੂੰ ਜੰਗੀ ਅਪਰਾਧ ਦੱਸਿਆ। ਅਰਬ ਦੇਸ਼ਾਂ ਦੇ ਨੁਮਾਇੰਦਿਆਂ ਦੇ ਭਾਸ਼ਣਾਂ ਤੋਂ ਇਹ ਸਪਸ਼ਟ ਸੀ ਕਿ ਇਜ਼ਰਾਈਲ ਦੇ ਹਮਲੇ ਨੂੰ ਲੈ ਕੇ ਖੇਤਰ ਵਿੱਚ ਨਾਰਾਜ਼ਗੀ ਵਧੀ ਜਾ ਰਹੀ ਹੈ, ਪਰ ਦੂਜੇ ਪਾਸੇ ਮੀਟਿੰਗ ਦਾ ਨਤੀਜਾ ਨਾ ਨਿਕਲਣ ਤੇ ਇਜ਼ਰਾਈਲੀ ਫੌਜ ਵੱਲੋਂ ਗਾਜ਼ਾ ਪੱਟੀ 'ਚ ਹਮਲੇ ਹੋਰ ਵੀ ਤੇਜ਼ ਕਰਨ ਦਾ ਐਲਾਨ ਕਰ ਦਿੱਤਾ ਗਿਆ। ਪਿਛਲੇ ਕੁਝ ਦਿਨਾਂ ਤੋਂ ਅਜਿਹੀਆਂ ਖਬਰਾਂ ਆ ਰਹੀਆਂ ਨੇ ਕਿ ਇਜ਼ਰਾਈਲੀ ਫੌਜ ਗਾਜ਼ਾ 'ਚ ਜ਼ਮੀਨੀ ਹਮਲੇ ਦੀ ਤਿਆਰੀ ਕਰ ਰਹੀ ਹੈ। ਇਸ ਦੇ ਨਾਲ ਹੀ ਗਾਜ਼ਾ ਸਰਹੱਦ ਤੇ ਇਜ਼ਰਾਈਲੀ ਫੌਜ ਦੇ ਸੈਂਕੜੇ ਟੈਂਕ ਤੈਨਾਤ ਕਰ ਦਿੱਤੇ ਗਏ ਨੇ, ਪਰ ਇਸ ਦੇ ਨਾਲ ਹੀ ਮੀਡੀਆ ਰਿਪੋਰਟਾਂ 'ਚ ਦਾਅਵਾ ਕੀਤਾ ਜਾ ਰਿਹਾ ਕਿ ਅਮਰੀਕਾ, ਬ੍ਰਿਟੇਨ ਅਤੇ ਯੂਰਪੀ ਦੇਸ਼ ਫਿਲਹਾਲ ਇਜ਼ਰਾਈਲ ਨੂੰ ਗਾਜ਼ਾ 'ਚ ਜ਼ਮੀਨੀ ਹਮਲੇ ਕਰਨ ਤੋਂ ਰੋਕ ਰਹੇ ਨੇ। ਇਸੇ ਕਰਕੇ ਜ਼ਮੀਨੀ ਹਮਲੇ ਵਿੱਚ ਦੇਰੀ ਹੋ ਰਹੀ ਹੈ। ਇਹ ਖਬਰ ਇਜ਼ਰਾਈਲੀ ਮੀਡੀਆ ਦੇ ਹਵਾਲੇ ਨਾਲ ਸਾਹਮਣੇ ਆਈ ਹੈ। ਰਿਪੋਰਟਾਂ ਵਿੱਚ ਕਿਹਾ ਜਾ ਰਿਹਾ ਕਿ ਇਜ਼ਰਾਈਲ ਵੱਲੋਂ ਜ਼ਮੀਨੀ ਹਮਲਾ ਕਰਨ ਦੀ ਸੂਰਤ ਵਿੱਚ ਹਮਾਸ ਵੱਲੋਂ ਅਗਵਾ ਕੀਤੇ ਗਏ ਲੋਕਾਂ ਨੂੰ ਬਚਾਉਣ ਵਿੱਚ ਮੁਸ਼ਕਲਾਂ ਆ ਸਕਦੀਆਂ ਨੇ। ਇਜ਼ਰਾਈਲੀ ਮੀਡੀਆ ਨੇ ਸੀਨੀਅਰ ਅਧਿਕਾਰੀਆਂ ਦੇ ਹਵਾਲੇ ਨਾਲ ਇਹ ਜਾਣਕਾਰੀ ਦਿੱਤੀ ਹੈ। ਅਮਰੀਕਾ ਅਤੇ ਬ੍ਰਿਟੇਨ ਨੇ ਇਜ਼ਰਾਈਲ ਨੂੰ ਜ਼ਮੀਨੀ ਹਮਲੇ ਨੂੰ ਰੋਕਣ ਲਈ ਕਿਹਾ ਤੇ ਇਹ ਦੇਖਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕੀ ਬੰਦਕਾਂ ਨੂੰ ਸਿਰਫ ਕੂਟਨੀਤਿਕ ਮਾਧਿਅਮ ਰਾਹੀਂ ਹੀ ਰਿਹਾ ਕੀਤਾ ਜਾ ਸਕਦਾ। ਦੱਸ ਦਈਏ ਕਿ ਬੀਤੇ ਮੰਗਲਵਾਰ ਗਾਜ਼ਾ ਦੇ ਅਲ ਐਲੀ ਹਸਪਤਾਲ 'ਚ ਵਿਸਫੋਟ ਹੋਇਆ ਸੀ, ਜਿਸ ਵਿੱਚ 500 ਤੋਂ ਜ਼ਿਆਦਾ ਲੋਕਾਂ ਦੀ ਜਾਨ ਚਲੀ ਗਈ ਸੀ। ਇਸ ਹਮਲੇ ਨੂੰ ਲੈ ਕੇ ਹਮਾਸ ਨੇ ਕਿਹਾ ਕਿ ਇਹ ਹਮਲਾ ਇਜ਼ਰਾਈਲ ਵੱਲੋਂ ਕੀਤਾ ਗਿਆ, ਜਿਸ ਵਿੱਚ ਸੈਂਕੜੇ ਲੋਕਾਂ ਦੀ ਜਾਨ ਚਲੀ ਗਈ। ਪਰ ਦੂਜੇ ਪਾਸੇ ਇਜ਼ਰਾਈਲ ਨੇ ਇਲਜ਼ਾਮ ਨਕਾਰਦੇ ਕਿਹਾ ਕਿ ਇਹ ਹਮਲਾ ਉਸ ਵੱਲੋਂ ਨਹੀਂ ਕੀਤਾ ਗਿਆ, ਜਿਸ ਕਰਕੇ ਹਮਲੇ 'ਚ ਮਾਰੇ ਗਏ ਲੋਕਾਂ ਦੀਆਂ ਲਾਸ਼ਾਂ ਤੇ ਵੀ ਸਵਾਲ ਖੜੇ ਹੋ ਗਏ ਨੇ ਕਿ ਅਖੀਰ ਹਮਲਾ ਕੀਤਾ ਤਾਂ ਕਿਸਨੇ ਕੀਤਾ। ਉਸ ਮਗਰੋਂ IDF ਵੱਲੋਂ ਵੀਡੀਓ ਜਾਰੀ ਕਰਕੇ ਦਾਅਵਾ ਕੀਤਾ ਗਿਆ ਕਿ ਹਮਲਾ ਹੋਇਆ ਹੀ ਨਹੀਂ, ਬਲਕਿ ਹਮਾਸ ਵੱਲੋਂ ਹੀ ਰਾਕਟ ਲਾਂਚਿੰਗ ਅਸਫਲ ਹੋਣ ਕਾਰਨ ਵਿਸਫੋਟ ਹੋ ਗਿਆ ਸੀ, ਜਿਸ ਕਾਰਨ ਹੋਈਆਂ ਮੌਤਾਂ ਲਈ ਇਜ਼ਰਾਈਲ ਨਹੀਂ ਹਮਾਸ ਜ਼ਿੰਮੇਵਾਰ ਹੈ। ਵੀਡੀਓ ਵਿੱਚ ਵਿਸਫੋਟ ਤੋਂ ਪਹਿਲਾਂ ਅਤੇ ਵਿਸਫੋਟ ਤੋਂ ਬਾਅਦ ਦਾ ਖੇਤਰ ਦਿਖਾਇਆ ਗਿਆ, ਜਿਸ ਨੂੰ ਲੈ ਕੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇ ਵੀ ਬਿਆਨ ਜਾਰੀ ਕੀਤਾ। ਉਹਨਾਂ ਕਿਹਾ ਕਿ ਹਮਾਸ ਨੇ ਪਹਿਲਾਂ ਇਜ਼ਰਾਈਲ ਦੇ ਲੋਕਾਂ ਦੇ ਕਤਲ ਕੀਤੇ, ਪਰ ਹੁਣ ਹਮਾਸ ਆਪਣੇ ਹੀ ਲੋਕਾਂ ਦੇ ਕਤਲ ਕਰ ਰਿਹਾ, ਜਿਸ ਲਈ ਇਸਲਾਮਿਕ ਜਿਹਾਦ ਹੀ ਜ਼ਿੰਮੇਵਾਰ ਹੈ। ਗੱਲ ਕਰੀਏ ਤਾਂ ਹਮਾਸ ਵੱਲੋਂ ਬਣਾਏ ਗਏ ਬੰਦੀ ਲੋਕਾਂ ਦੀ, ਤਾਂ ਹਮਾਸ ਨੇ ਕਤਰ ਨਾਲ ਬੈਠਕ ਕਰਨ ਮਗਰੋਂ ਸ਼ੁੱਕਰਵਾਰ ਰਾਤ 2 ਅਮਰੀਕੀ ਨਾਗਰਿਕਾਂ ਨੂੰ ਰਿਹਾ ਕਰ ਦਿੱਤਾ। ਇਹ ਦੋਵੇਂ ਨਾਗਰਿਕ ਮਾਵਾਂ ਧੀਆਂ ਜੂਡਿਥ ਅਤੇ ਨਤਾਲੀ ਨੇ। ਰਾਸ਼ਟਰਪਤੀ ਬਾਈਡਨ ਨੇ ਦੋਵਾਂ ਨਾਲ ਫੋਨ ਤੇ ਗੱਲਬਾਤ ਕੀਤੀ ਤੇ ਕਿਹਾ ਕਿ ਖੁਸ਼ੀ ਹੈ ਕਿ ਤੁਸੀਂ ਘਰ ਵਾਪਸ ਆ ਗਏ। ਜੰਗ ਸ਼ੁਰੂ ਹੋਣ ਮਗਰੋਂ ਇਹ ਪਹਿਲੀ ਵਾਰ ਹੈ ਜਦੋਂ ਕਿਸੇ ਬੰਦਕ ਨੂੰ ਰਿਹਾ ਕੀਤਾ ਗਿਆ। ਹਾਲਾਂਕਿ 210 ਲੋਕ ਅਜੇ ਵੀ ਹਮਾਸ ਦੀ ਹਿਰਾਸਤ ਵਿੱਚ ਨੇ। ਹਮਾਸ ਨੇ ਦੋਵਾਂ ਔਰਤਾਂ ਨੂੰ ਰੈੱਡ ਕਰਾਸ ਨੂੰ ਸੌਂਪ ਦਿੱਤਾ, ਜਿਸ ਮਗਰੋਂ ਰੈੱਡ ਕਰਾਸ ਨੇ ਉਹਨਾਂ ਨੂੰ ਇਜ਼ਰਾਈਲ ਦੇ ਹਵਾਲੇ ਕਰ ਦਿੱਤਾ। ਦਰਅਸਲ 7 ਅਕਤੂਬਰ ਨੂੰ ਹਮਾਸ ਨੇ ਇਜ਼ਰਾਈਲ ਤੇ ਹਮਲਾ ਕੀਤਾ ਤੇ ਸੈਂਕੜੇ ਇਜ਼ਰਾਈਲੀ ਨਾਗਰਿਕਾਂ ਨੂੰ ਗਾਜ਼ਾ ਪੱਟੀ 'ਚ ਬੰਦੀ ਬਣਾ ਲਿਆ। ਹਮਾਸ ਦੇ ਹਮਲੇ ਮਗਰੋਂ ਇਜ਼ਰਾਈਲ ਵੱਲੋਂ ਗਾਜ਼ਾ ਦੇ ਰਾਸ਼ਨ, ਪਾਣੀ, ਬਿਜਲੀ ਸੇਵਾਵਾਂ ਤੇ ਰੋਕ ਲਗਾ ਦਿੱਤੀ ਗਈ ਹੈ, ਜਿਸ ਕਰਕੇ ਗਲਫ ਨਿਊਜ਼ ਦੀ ਰਿਪੋਰਟ ਮੁਤਾਬਕ ਗਾਜ਼ਾ ਦੇ ਲੋਕ ਸਿਰਫ ਜਿੰਦਾ ਰਹਿਣ ਦੀ ਕੋਸ਼ਿਸ਼ ਕਰ ਰਹੇ ਨੇ। ਜ਼ਿਆਦਾਤਰ ਲੋਕਾਂ ਕੋਲ ਘਰ ਨਹੀਂ ਬਚੇ ਤੇ ਉਹ ਸੜਕਾਂ ਤੇ ਰਾਤ ਕੱਟ ਰਹੇ ਨੇ। ਲੋਕਾਂ ਕੋਲ ਨਾ ਤਾਂ ਪੈਸਾ ਹੈ ਤੇ ਨਾ ਹੀ ਬੇਕਰੀਆਂ ਅਤੇ ਦੁਕਾਨਾਂ ਵਿੱਚ ਸਮਾਨ ਹੈ। ਇੱਥੋਂ ਤੱਕ ਕਿ ਹਸਪਤਾਲਾਂ 'ਚ ਡਾਕਟਰ ਮੋਬਾਈਲ ਦੀ ਲਾਈਟ 'ਚ ਮਰੀਜ਼ਾਂ ਦਾ ਇਲਾਜ ਕਰ ਰਹੇ ਨੇ, ਜਿਸ ਕਰਕੇ ਫਿਲਿਸਤੀਨ ਦੇ ਸਿਹਤ ਮੰਤਰਾਲੇ ਨੇ ਮੰਗਲਵਾਰ ਰਾਤ ਨੂੰ ਆਮ ਜਨਤਾ ਨੂੰ ਅਪੀਲ ਜਾਰੀ ਕਰਕੇ ਕਿਹਾ ਕਿ ਜੇਕਰ ਤੁਹਾਡੇ ਕੋਲ 1 ਲੀਟਰ ਵੀ ਡੀਜ਼ਲ ਹੈ ਤਾਂ ਹਸਪਤਾਲ ਨੂੰ ਦਾਨ ਕਰ ਦਿਓ। ਇੱਥੇ ਜਨਰੇਟਰ ਚਲਾਉਣ ਦੀ ਬੇਹੱਦ ਲੋੜ ਹੈ, ਹੋ ਸਕਦਾ ਤੁਹਾਡੀ ਮਦਦ ਨਾਲ ਕਿਸੇ ਦੀ ਜਾਨ ਬਚਾਈ ਜਾ ਸਕੇ। ਇਜ਼ਰਾਈਲ ਅਤੇ ਗਾਜ਼ਾ ਵਿਚਾਲੇ ਮਿਸਰ ਦੀ ਰਾਫਾ ਸਰਹੱਦ ਸ਼ਨੀਵਾਰ ਨੂੰ ਖੋਲ੍ਹ ਦਿੱਤੀ ਗਈ। ਇਸ ਨਾਲ ਹਮਾਸ ਦੇ ਹਮਲੇ ਮਗਰੋਂ ਇਜ਼ਰਾਈਲ ਦੀ ਘੇਰਾਬੰਦੀ ਵਿੱਚ ਰਹਿ ਰਹੇ ਫਿਲਿਸਤੀਨੀਆਂ ਤੱਕ ਸਹਾਇਤਾ ਦਾ ਪਹਿਲਾ ਜੱਥਾ ਪਹੁੰਚਿਆ। ਰਾਹਤ ਸਮੱਗਰੀ ਲੈ ਕੇ 20 ਟਰੱਕ ਗਾਜ਼ਾ ਵਿੱਚ ਦਾਖਲ ਹੋਏ। ਮਿਸਰ ਵੱਲੋਂ 20 ਟਰੱਕਾਂ ਦੀ ਹੀ ਇਜਾਜ਼ਤ ਦਿੱਤੀ ਗਈ ਸੀ, ਜਿਸ ਕਰਕੇ ਕਰੀਬ 3000 ਟਨ ਰਾਹਤ ਸਮੱਗਰੀ ਲੈ ਕੇ ਜਾ ਰਹੇ
200 ਤੋਂ ਵੱਧ ਟਰੱਕ ਮਿਸਰ ਦੀ ਸਰਹੱਦ ਤੇ ਖੜੇ ਨੇ। ਇਸ ਮੌਕੇ ਸਹਾਇਤਾ ਕਰਮਚਾਰੀਆਂ ਦਾ ਕਹਿਣਾ ਹੈ ਕਿ ਸਮੱਗਰੀ ਦੇ ਸਿਰਫ 20 ਟਰੱਕਾਂ ਨੂੰ ਇਜਾਜ਼ਤ ਦੇਣਾ ਕਾਫੀ ਨਹੀਂ ਹੈ। ਗਾਜ਼ਾ ਦੇ ਲਗਭਗ 23 ਲੱਖ ਲੋਕ ਭੋਜਨ, ਦਵਾਈ ਅਤੇ ਪਾਣੀ ਦੀ ਕਮੀ ਨਾਲ ਜੂਝ ਰਹੇ ਨੇ। ਇਜ਼ਰਾਈਲ ਅਤੇ ਹਮਾਸ ਵਿਚਾਲੇ ਜੰਗ ਵਿਚਕਾਰ ਭਾਰਤ ਨੇ ਫਿਲਿਸਤੀਨੀਆਂ ਲਈ ਮਦਦ ਦਾ ਹੱਥ ਵਧਾਇਆ। ਭਾਰਤ ਦੀ ਹਵਾਈ ਸੈਨਾ ਦਾ ਪਹਿਲਾ C-17 ਜਹਾਜ਼ ਲਗਭਗ 6.5 ਟਨ ਮੈਡੀਕਲ ਅਤੇ 32 ਡਿਜ਼ਾਸਟਰ ਰਿਲੀਫ ਸਮੱਗਰੀ ਲੈ ਕੇ ਮਿਸਰ ਦੇ ਐਲ ਅਰੀਸ਼ ਹਵਾਈ ਅੱਡੇ ਤੇ ਰਵਾਨਾ ਹੋਇਆ। ਇਹ ਜਾਣਕਾਰੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰੀਦਮ ਬਾਗਚੀ ਨੇ ਐਤਵਾਰ ਨੂੰ ਦਿੱਤੀ। ਅਰੀਦਮ ਬਾਗਚੀ ਨੇ ਆਪਣੇ ਸੋਸ਼ਲ ਮੀਡੀਆ ਦੇ ਪਲੇਟਫਾਰਮ ਤੇ ਲਿਖਿਆ ਕਿ ਭਾਰਤ ਵੱਲੋਂ ਭੇਜੀ ਗਈ ਰਾਹਤ ਸਮੱਗਰੀ ਵਿੱਚ ਜ਼ਰੂਰੀ ਜੀਵਨ ਰੱਖਿਅਕ ਦਵਾਈਆਂ, ਸਰਜੀਕਲ ਵਸਤੂਆਂ, ਟੈਂਟ, ਸਲੀਪਿੰਗ ਬੈਗ, ਤਰਪਾਲਾਂ, ਸੈਨੀਟੇਸ਼ਨ ਸਹੂਲਤਾਂ, ਪਾਣੀ ਸ਼ੁੱਧ ਕਰਨ ਵਾਲੀਆਂ ਗੋਲੀਆਂ ਅਤੇ ਹੋਰ ਜ਼ਰੂਰੀ ਵਸਤਾਂ ਸ਼ਾਮਿਲ ਨੇ। ਦਰਅਸਲ ਗਾਜ਼ਾ ਦੀ ਮੌਜੂਦਾ ਸਥਿਤੀ ਨੂੰ ਦੇਖਦੇ ਹੋਏ ਦੁਨੀਆ ਦੇ ਕਈ ਦੇਸ਼ਾਂ ਨੇ ਫਿਲਿਸਤੀਨੀਆਂ ਨੂੰ ਸਹਾਇਤਾ ਸਮੱਗਰੀ ਭੇਜਣ ਲਈ ਅਪੀਲ ਕੀਤੀ ਸੀ। ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨੇ ਮਿਸਰ ਦੇ ਰਾਸ਼ਟਰਪਤੀ ਅਬਦੇਲ ਫਤਾਹ ਅਲ ਸੀਸੀ ਨੂੰ ਫੋਨ ਕਰਕੇ ਸਰਹੱਦ ਖੋਲ੍ਹਣ ਦੀ ਅਪੀਲ ਕੀਤੀ ਸੀ ਤਾਂ ਜੋ ਉੱਥੋਂ ਦੇ ਲੋਕਾਂ ਨੂੰ ਮਦਦ ਮੁਹੱਈਆ ਕਰਵਾਈ ਜਾ ਸਕੇ। ਇਸ ਮਗਰੋਂ ਗਾਜ਼ਾ ਵਿੱਚ ਮਨੁੱਖੀ ਸਹਾਇਤਾ ਦੇ ਕਰੀਬ 20 ਟਰੱਕ ਪਹੁੰਚਾਏ ਗਏ ਨੇ। ਇਸ ਤੋਂ ਪਹਿਲਾਂ ਭਾਰਤੀ ਪ੍ਰਧਾਨ ਮੰਤਰੀ ਨੇ ਮੋਦੀ ਨੂੰ ਵੀਰਵਾਰ 19 ਅਕਤੂਬਰ ਨੂੰ ਫਿਲਿਸਤੀਨ ਦੇ ਰਾਸ਼ਟਰਪਤੀ ਮਹਿਮੂਦ ਅੱਬਾਸ ਨਾਲ ਗੱਲਬਾਤ ਵੀ ਕੀਤੀ ਸੀ। ਇਸ ਦੌਰਾਨ ਪ੍ਰਧਾਨ ਮੰਤਰੀ ਨੇ ਗਾਜ਼ਾ ਦੇ ਅਲ ਅਹਿਲੀ ਹਸਪਤਾਲ ਵਿੱਚ ਨਾਗਰਿਕਾਂ ਦੀ ਮੌਤ ਤੇ ਸੋਗ ਵੀ ਪ੍ਰਗਟ ਕੀਤਾ ਸੀ। ਹੁਣ ਤੁਹਾਨੂੰ ਦੱਸਦੇ ਹਾਂ ਕਿ ਅਖੀਰ ਇਜ਼ਰਾਈਲ ਅਤੇ ਫਿਲਿਸਤੀਨ ਵਿਚਾਲੇ ਇਹ ਵਿਵਾਦ ਕਿਉਂ ਹੈ। ਦਰਅਸਲ ਇਹ ਸੰਘਰਸ਼ ਮੱਧ ਪੂਰਬ ਦੇ ਇਸ ਖੇਤਰ ਵਿੱਚ ਘੱਟੋ-ਘੱਟ 100 ਸਾਲਾਂ ਤੋਂ ਚੱਲਿਆ ਆ ਰਿਹਾ ਹੈ। ਵੈਸਟ ਬੈਂਕ, ਗਾਜ਼ਾ ਪੱਟੀ ਅਤੇ ਗੋਲਾਨ ਹਾਈਟਸ ਵਰਗੇ ਖੇਤਰਾਂ ਨੂੰ ਲੈ ਕੇ ਵਿਵਾਦ ਚੱਲ ਰਿਹਾ ਹੈ। ਪੂਰਬੀ ਯਰੂਸ਼ਲਮ ਸਮੇਤ ਇਹਨਾਂ ਖੇਤਰਾਂ ਤੇ ਫਿਲਿਸਤੀਨ ਆਪਣਾ ਦਾਅਵਾ ਜਤਾਉਂਦਾ ਹੈ, ਜਦਕਿ ਇਸ ਦੇ ਨਾਲ ਹੀ ਇਜ਼ਰਾਈਲ ਯਰੂਸ਼ਲਮ ਤੇ ਆਪਣਾ ਦਾਅਵਾ ਛੱਡਣ ਲਈ ਤਿਆਰ ਨਹੀਂ ਹੈ। ਗਾਜ਼ਾ ਪੱਟੀ ਇਜ਼ਰਾਈਲ ਅਤੇ ਮਿਸਰ ਦੇ ਵਿਚਕਾਰ ਹੈ। ਗਾਜ਼ਾ ਪੱਟੀ ਇਸ ਸਮੇਂ ਇਜ਼ਰਾਈਲੀ ਵਿਰੋਧੀ ਸਮੂਹ ਹਮਾਸ ਦੇ ਕੰਟਰੋਲ 'ਚ ਹੈ। ਇਸ ਸਮੇਂ ਫਿਲਿਸਤੀਨ ਦੀ ਮੰਗ ਹੈ ਕਿ ਵੈਸਟ ਬੈਂਕ ਅਤੇ ਗਾਜ਼ਾ ਪੱਟੀ ਵਿੱਚ ਇੱਕ ਸੁਤੰਤਰ ਫਿਲਿਸਤੀਨ ਰਾਜ ਦੀ ਸਥਾਪਨਾ ਹੋਣੀ ਚਾਹੀਦੀ ਹੈ। ਪਰ ਇਜ਼ਰਾਈਲ ਤੇ ਹਮਾਸ ਦੇ ਹਮਲੇ ਮਗਰੋਂ ਇਜ਼ਰਾਈਲ ਨੇ ਹਮਾਸ ਨੂੰ ਨਵਾਂ ISIS ਕਿਹਾ, ਜਿਸ ਦਾ ਉਹ ਖਾਤਮਾ ਕਰਕੇ ਫਿਰ ਹੀ ਸੁਤੰਤਰ ਰਾਜ ਦੀ ਸਥਾਪਨਾ ਹੋਣ ਦੇਵੇਗਾ। ਇਜ਼ਰਾਈਲ ਹਮਾਸ ਯੁੱਧ ਨੂੰ ਰੋਕਣ ਲਈ ਵੱਖ-ਵੱਖ ਦੇਸ਼ ਦੇ ਨੇਤਾਵਾਂ ਵੱਲੋਂ ਇੱਕ ਦੂਜੇ ਨਾਲ ਮੀਟਿੰਗਾਂ ਕੀਤੀਆਂ ਜਾ ਰਹੀਆਂ ਨੇ, ਜਿਨ੍ਹਾਂ ਦਾ ਕੋਈ ਵੀ ਨਤੀਜਾ ਨਿਕਲ ਕੇ ਸਾਹਮਣੇ ਨਹੀਂ ਆ ਰਿਹਾ। ਯੁੱਧ ਸ਼ੁਰੂ ਹੋਏ ਨੂੰ 2 ਹਫ਼ਤਿਆਂ ਤੋਂ ਵੀ ਉੱਪਰ ਦਾ ਸਮਾਂ ਹੋ ਚੁੱਕਿਆ, ਜਿਸ ਵਿੱਚ ਹਜ਼ਾਰਾਂ ਬੇਗੁਨਾਹ ਲੋਕ ਆਪਣੀਆਂ ਜਾਨਾਂ ਗਵਾ ਚੁੱਕੇ ਨੇ। ਹੋਰ ਤਾਂ ਹੋਰ ਲੱਖਾਂ ਲੋਕਾਂ ਦੀ ਜ਼ਿੰਦਗੀ ਬਦ ਤੋਂ ਬਦਤਰ ਹੋ ਗਈ ਹੈ। ਹੁਣ ਬਸ ਦੇਖਣਾ ਤਾਂ ਇਹ ਹੋਵੇਗਾ ਕਿ ਕਦੋਂ ਸ਼ਕਤੀਸ਼ਾਲੀ ਕਹਾਉਣ ਵਾਲੇ ਰਾਸ਼ਟਰ ਆਪਣੀ ਦੁਸ਼ਮਣੀਆਂ ਨੂੰ ਛੱਡ ਕੇ ਇੱਕ ਦੂਜੇ ਦੇ ਮਿੱਤਰ ਬਣ ਕੇ ਰਹਿੰਦੇ ਨੇ।